ਪਿਆਰੇ ਵਿਦਿਆਰਥੀਓ, ਅੱਜ ਆਪਾਂ ਇਸ ਲੈਕਚਰ ਵਿੱਚ ਪੰਜਾਬੀ ਸੁਰ ਪ੍ਰਣਾਲੀ ਬਾਰੇ ਗੱਲ ਕਰਾਂਗੇ। ਜਿਵੇਂ ਪੰਜਾਬੀ ਵਿੱਚ ਤੁਹਾਨੂੰ ਸਿਲੇਬਸ 'ਚ ਲੱਗਿਆ ਹੋਇਆ ਭਾਸ਼ਾ ਵਿਗਿਆਨ ਵਾਲੇ ਪੇਪਰ 'ਚ ਪੰਜਾਬੀ ਸੁਰ ਪ੍ਰਣਾਲੀ, ਠੀਕ ਹੈ। ਪੰਜਾਬੀ ਵਿੱਚ ਸੁਰ ਵਾਲਾ ਗੁਰਮੁਖੀ ਲਿਪੀ ਤੇ ਸੁਰ, ਉਸੇ ਤਰ੍ਹਾਂ ਪੰਜਾਬੀ ਵਿੱਚ ਜਿਹੜੀ ਸੁਰ ਆ ਉਹਨੂੰ ਕੀ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ? ਟੋਨ, TONE, ਟੋਨ। ਤਾਂ ਟੋਨ ਆ ਜਿਹੜੇ ਸੁਰ ਮਨੁੱਖੀ ਆਵਾਜ਼ ਨਾਲ ਸੰਬੰਧਿਤ ਆ। ਆਵਾਜ਼ ਉਚਾਰਨੀ ਅੰਗਾਂ ਦੀ ਹਰਕਤ ਦੁਆਰਾ ਨਾਦ ਤੰਤਰੀਆਂ ਦੀ ਥਰਥਰਾਹਟ ਵਿੱਚੋਂ ਪੈਦਾ ਹੁੰਦੀ ਹੈ। ਉਚਾਰਨ ਸਮੇਂ ਪੈਦਾ ਹੋਈ ਨਾਦ ਤੰਤਰੀਆਂ ਦੀ ਥਰਥਰਾਹਟ ਨੂੰ ਪਿੱਚ ਆਖਿਆ ਜਾਂਦਾ, PITCH, ਪਿੱਚ ਆਖਿਆ ਜਾਂਦਾ ਹੈ, ਠੀਕ ਹੈ। ਤਾਂ ਹੁਣ ਜਿਹੜੀ ਆਵਾਜ਼ ਆ, ਸੁਰ ਆ, ਠੀਕ ਆ, ਉਹ ਆਵਾਜ਼ ਸੁਰ ਨੂੰ ਕੀ ਆ? ਆਵਾਜ਼ ਹੀ ਹੁੰਦੀ ਹੈ ਇੱਕ। ਤਾਂ ਆਵਾਜ਼ ਆ, ਜਿਵੇਂ ਕੋਈ ਵੀ ਬਰਤਨ ਜਦੋਂ ਖੜਕਦਾ ਉਹਦੀ ਆਵਾਜ਼ ਆਉਂਦੀ ਆ, ਜਾਂ ਆਪਾਂ ਜਦੋਂ ਤਾੜੀ ਮਾਰਦੇ ਹਾਂ ਉਹਦੀ ਆਵਾਜ਼ ਆਉਂਦੀ ਆ, ਠੀਕ ਆ। ਤਾਂ ਇਹਦੇ ਤੋਂ ਆਪਾਂ ਕੀ ਆ, ਆਵਾਜ਼ ਤੋਂ ਹਿਸਾਬ ਲਾ ਲੈਂਦੇ ਵੀ ਕੀ ਆ। ਜਾਂ ਕੋਈ ਸਾਧਨ ਲੰਘ ਰਿਹਾ, ਜਿਵੇਂ ਬੱਸ ਦੀ ਆਵਾਜ਼ ਆ ਜਾਂ ਕੋਈ ਕਾਰ ਦੀ ਆਵਾਜ਼ ਆ, ਤਾਂ ਆਪਾਂ ਉਸ ਤੋਂ ਵੀ ਪਤਾ ਲੱਗ ਜਾਂਦਾ ਵੀ ਕੀ ਆਵਾਜ਼ ਆ ਰਹੀ ਆ, ਠੀਕ ਹੈ। ਤਾਂ ਉਸੇ ਤਰ੍ਹਾਂ ਜਦੋਂ ਸ਼ਬਦਾਂ ਦੀ ਵੀ ਇੱਕ ਆਵਾਜ਼ ਹੁੰਦੀ ਆ, ਵੀ ਜਿਵੇਂ ਕੋਈ ਉਦਾਹਰਨ ਦੇ ਤੌਰ ਤੇ ਮੈਂ ਬੋਲ ਦਿੰਦੀ ਹਾਂ ਇੱਕ ਸ਼ਬਦ, ਜਿਵੇਂ ਚਾਹ, ਇੱਕ ਚਾਹ, ਠੀਕ ਆ। ਹੁਣ ਇਹਨਾਂ 'ਚ ਵੀ ਸੁਰ ਆ, ਠੀਕ ਆ, ਸੁਰ ਲੱਗੀ ਹੋਈ ਆ। ਤਾਂ ਹੁਣ ਇੱਕ ਚਾਹ ਤਾਂਗ, ਇੱਕ ਚਾਹ ਪੀਣ ਵਾਲੀ ਚਾਹ, ਠੀਕ ਹੈ। ਤਾਂ ਇਸੇ ਤਰ੍ਹਾਂ ਜਿਹੜੀ ਸੁਰ ਆ ਉਹ ਕਿੱਥੇ ਲੱਗਦੀ ਆ? ਤਾਂ ਸੁਰ ਹੈਗੀ ਆ ਜਿਹੜੀ ਉਹ ਲੱਗਦੀ ਹੈਗੀ ਆ ਭਾਸ਼ਾਈ ਕਾਰਜ ਵਿੱਚ ਨਾਦ ਰਹਿਤ ਅਗੋਸ਼ ਧੁਨੀਆਂ ਤੇ ਨਾਦੀ ਸਗੋਸ਼ ਧੁਨੀਆਂ ਅੱਗੇ ਪਿੱਛੇ ਆਉਂਦੀਆਂ। ਇਸ ਲਈ ਪਿੱਚ ਆ ਜਿਹੜੀ ਉਹ ਘੱਟਦੀ ਵੱਧਦੀ ਰਹਿੰਦੀ ਹੈ। ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਲਾਸ 'ਚ ਵੀ ਪਿੱਚ ਆ ਜੇ ਉੱਚੀ ਹੋਊਗੀ ਪਿੱਚ ਤਾਂ ਸੁਰ ਨੀਵੀਂ ਹੋਊਗੀ, ਜੇ ਸੁਰ ਨੀਵੀਂ ਆ ਤੇ ਪਿੱਚ ਉੱਚੀ ਹੋਊਗੀ, ਠੀਕ ਆ। ਤਾਂ ਇਸੇ ਤਰ੍ਹਾਂ ਪਿੱਚ ਦੇ ਇਸ ਉਤਰਾਅ ਚੜਾਅ ਤੋਂ ਮਨੁੱਖ ਆ ਜਿਹੜਾ ਉਹ ਕਈ ਤਰ੍ਹਾਂ ਦੇ ਕਾਰਜ, ਭਾਸ਼ਾਈ ਕਾਰਜ ਕਰਦਾ ਹੈ। ਇਸ ਭਾਸ਼ਾਈ ਕਾਰਜ ਨੂੰ ਸ਼ਬਦਾਂ ਦੀ ਸੰਗੀਤਮਈ ਲੈਅ ਕਿਹਾ ਜਾਂਦਾ ਹੈ। ਪਿੱਚ ਸਾਰੀਆਂ ਮਨੁੱਖੀ ਭਾਸ਼ਾਵਾਂ ਦਾ ਹਿੱਸਾ ਹੁੰਦੀ ਹੈ, ਪਰ ਹਰੇਕ ਭਾਸ਼ਾ ਇਸ ਨੂੰ ਆਪਣੇ ਤਰੀਕੇ ਅਨੁਸਾਰ ਵਰਤਦੀ ਹੈ, ਜਿਵੇਂ ਕਿ ਇਸ ਤੋਂ ਵੱਖਰਾ ਵੱਖਰਾ ਕਾਰਜ ਲੈਂਦੀ ਹੈ। ਜਿਵੇਂ ਕਿ ਇੱਕ ਲੈਅ ਦੇ ਆਧਾਰ ਤੇ ਪਿੱਚ ਦੋ ਪੱਖ ਹਨ। ਜਿਨ੍ਹਾਂ ਭਾਸ਼ਾਈ ਕਾਰਜਾਂ ਦਾ ਸੰਬੰਧ ਜਿਹੜਾ ਵਾਕ ਨਾਲ ਹੁੰਦਾ ਹੈ, ਤਾਂ ਉੱਥੇ ਕੀ ਹੁੰਦਾ? ਸੁਰ ਲਹਿਰ ਹੁੰਦੀ ਆ। ਸੁਰ ਲਹਿਰ ਜਿਹਨੂੰ ਅਨੁਤਾਨ ਵੀ ਕਿਹਾ ਜਾਂਦਾ ਹੈ, ਠੀਕ ਹੈ। ਤਾਂ ਹੁਣ ਜੇ ਦੇਖੋ, ਜੇ ਵਾਕ ਨਾਲ ਹੁੰਦੇ ਆ ਇਹਦਾ ਸੰਬੰਧ, ਤਾਂ ਉੱਥੇ ਸੁਰ ਲਹਿਰ ਪੈਦਾ ਹੋਊਗੀ। ਜੇ ਜਿਨ੍ਹਾਂ ਭਾਸ਼ਾਈ ਕਾਰਜਾਂ ਦਾ ਸੰਬੰਧ ਸ਼ਬਦਾਂ ਨਾਲ ਹੁੰਦਾ ਹੈ, ਤਾਂ ਉੱਥੇ ਕੀ ਹੋਊਗੀ? ਸੁਰ ਪੈਦਾ ਹੋਊਗੀ, ਠੀਕ ਹੈ। ਤਾਂ ਇਸੇ ਤਰ੍ਹਾਂ ਜਿਵੇਂ ਉਦਾਹਰਨ ਦੇ ਤੌਰ ਤੇ ਆਪਾਂ ਇੱਕ ਸ਼ਬਦ ਲੈ ਲੈਂਦੇ ਹਾਂ, ਸੋਹਣਾ। ਜਿਵੇਂ ਕਹਿੰਦੇ ਆ ਉਹ ਸੋਹਣਾ ਹੈ, ਤਾਂ ਇੱਥੇ ਵਾਕ ਦੇ ਪੱਧਰ ਤੇ ਉਹ ਸੋਹਣਾ ਹੈ, ਠੀਕ ਹੈ। ਇਹ ਵਾਕ ਦੇ ਪੱਧਰ ਤੇ ਹੋ ਗਿਆ, ਤਾਂ ਸੁਰ ਲਹਿਰ ਪੈਦਾ ਹੋਊਗੀ। ਜਿਵੇਂ ਇਕੱਲਾ ਸੋਹਣਾ, ਤਾਂ ਹੁਣ ਇੱਥੇ ਕੀ ਆ? ਸੁਰ ਪੈਦਾ ਹੋਊਗੀ। ਸੋਹਣਾ, ਸੱਸੇ ਨੂੰ ਹੋੜਾ, ਹਾ ਨਾ, ਸੋਹਣਾ, ਤਾਂ ਸੋਹਣਾ ਇੱਥੇ ਸੋਹਣੇ ਤੇ ਸੁਰ ਪੈਦਾ ਹੋ ਰਹੀ ਹੈ, ਠੀਕ ਹੈ। ਤਾਂ ਇਸੇ ਤਰ੍ਹਾਂ ਜਿਹੜੀ ਸੁਰ ਤੇ ਸੁਰ ਲਹਿਰ ਦੋਨਾਂ ਵਿੱਚ ਵੀ ਫਰਕ ਹੁੰਦਾ ਹੈ। ਸੁਰ ਲਹਿਰ ਵਾਕ ਤੇ ਲੱਗਦੀ ਹੈ, ਤੇ ਜਿਹੜੀ ਸੁਰ ਉਹ ਕਿਹਦੇ ਤੇ ਲੱਗਦੀ ਹੈ? ਸ਼ਬਦ ਤੇ ਲੱਗਦੀ ਆ, ਠੀਕ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕੌੜਾ, ਕੱਕੇ ਨੂੰ ਹੋੜਾ, ਰਾੜੇ ਨੂੰ ਕਰਨਾ ਕੌੜਾ। ਇੱਕ ਕੌੜਾ, ਕੱਕੇ ਨੂੰ ਹੋੜਾ, ਹਾਹਾ, ਰਾੜੇ ਨੂੰ ਕਰਨਾ ਕੌੜਾ। ਇੱਥੇ ਉੱਚੀ ਸੁਰ ਲੱਗ ਗਈ, ਉਧਰ ਕੀ ਆ? ਉਧਰ ਵੀ ਉੱਚੀ ਸੁਰ ਆ। ਫਿਰ ਇੱਕ ਘੋੜਾ, ਠੀਕ ਹੈ। ਤਾਂ ਇੱਥੇ ਨੀਵੀਂ ਸੁਰ ਹੋ ਗਈ ਘੋੜਾ, ਘੱਗੇ ਨੂੰ ਹੋੜਾ, ਰਾੜੇ ਨੂੰ ਕਰਨਾ ਘੋੜਾ। ਪਰ ਹੈ ਦੇਖਣ ਨੂੰ ਸ਼ਬਦ ਤਿੰਨੇ ਜਦੋਂ ਬੋਲਦੇ ਆ ਤਾਂ ਲੱਗਦੇ ਇੱਕੋ ਜਿਹੇ ਆ, ਕੌੜਾ, ਕੌੜਾ, ਘੋੜਾ। ਪਰ ਇਹਨਾਂ ਵਿੱਚ ਕੀ ਆ? ਫਰਕ ਆ ਸ਼ਬਦਾਂ ਵਿੱਚ। ਸੁਰ ਦੇ ਬਦਲ ਕਰਕੇ ਤਿੰਨੇ ਵੱਖ-ਵੱਖ ਅਰਥਾਂ ਵਾਲੇ ਸ਼ਬਦ ਬਣਦੇ ਹਨ। ਤੇ ਇਹਨਾਂ ਸ਼ਬਦਾਂ ਵਿੱਚ ਧੁਨੀਆਂ ਦੀ ਤਰਤੀਬ ਨਹੀਂ ਬਦਲਦੀ, ਸਿਰਫ ਪਿੱਚ ਬਦਲਦੀ ਆ। ਜਿਵੇਂ ਅਰਥਾਂ ਵਿੱਚ ਫਰਕ ਪੈ ਜਾਂਦਾ, ਠੀਕ ਹੈ। ਹੁਣ ਇਸੇ ਲਈ ਇਸ ਤੋਂ ਭਾਸ਼ਾਈ ਕਾਰਜ ਲਿਆ ਜਾਂਦਾ। ਸੁਰ ਤੋਂ ਕੀ ਆ? ਭਾਸ਼ਾਈ ਕਾਰਜ ਲਿਆ ਜਾਂਦਾ ਹੈ। ਹਰੇਕ ਭਾਸ਼ਾ ਵਿੱਚ ਕੀ ਆ? ਅਲੱਗ-ਅਲੱਗ ਘੱਟੋ ਘੱਟ ਇੱਕ ਜ਼ਰੂਰ ਅਜਿਹਾ ਹੁੰਦਾ ਜਿਹਦੇ ਨਾਲ ਸੁਰ ਵਿੱਚ ਕੀ ਆ? ਫਰਕ ਆਉਂਦਾ। ਤਾਂ ਪੰਜਾਬੀ ਹੀ ਇੱਕ ਅਜਿਹੀ ਭਾਸ਼ਾ ਹੈ ਜਿਹਦੇ ਤੇ ਕੀ ਆ? ਸੁਰ ਲੱਗਦੀ ਆ। ਪੰਜਾਬੀ ਇੱਕ ਸੁਰ ਭਾਸ਼ਾ ਜਾਂ ਸੁਰਾਤਮਕ ਭਾਸ਼ਾ ਹੈ। ਜਿਵੇਂ ਪੰਜਾਬੀ ਭਾਸ਼ਾ ਸੁਰਾਤਮਕ ਭਾਸ਼ਾ ਹੈ, ਤੇ ਜਿਹੜੀ ਸੁਰ ਆ ਉਹ ਕਿਹਦੀ ਇਕਾਈ ਆ? ਅਖੰਡੀ ਧੁਨੀਆਂ ਦੀ ਇਕਾਈ ਆ। ਜਿਵੇਂ ਆਪਾਂ 2 ਇਕਾਈਆਂ ਕੀਤੀਆਂ ਸੀ ਧੁਨੀ ਵਿਗਿਆਨ 'ਚ, ਜਦੋਂ ਆਪਾਂ ਉਹ ਟੌਪਿਕ ਕੀਤਾ ਸੀ, ਤਾਂ ਉਹਦੇ 'ਚ 2 ਆਈਆਂ ਸੀ, ਖੰਡੀ, ਅਖੰਡੀ। ਖੰਡੀ 'ਚ ਆਪਾਂ ਕੀ ਕੀਤਾ ਸੀ? ਸਵਰ ਤੇ ਵਿਅੰਜਨ। ਅਖੰਡੀ ਵਿੱਚ ਆਪਾਂ ਕੀ ਕੀਤਾ ਸੀਗਾ? ਬਲ, ਨਾਸਿਕਤਾ, ਤਾਣ, ਸੁਰ, ਪਿੱਚ, ਇਹ, ਠੀਕ ਹੈ। ਉਸੇ ਤਰ੍ਹਾਂ ਹੁਣ ਆਪਾਂ ਇਸ ਸੁਰ ਦੀ ਗੱਲ ਕਰਦੇ ਹਾਂ, ਤਾਂ ਸੁਰ ਕਿਹਦੀ ਇਕਾਈ ਆ? ਅਖੰਡੀ ਧੁਨੀਆਂ ਦੀ ਇਕਾਈ ਆ। ਤਾਂ ਹੁਣ ਜਿਹੜੀ ਸੁਰ ਆ ਉਹ ਕਿਵੇਂ ਪੈਦਾ ਹੁੰਦੀ ਆ? ਜਿਵੇਂ ਇਹਦੇ ਆਪਾਂ ਇਤਿਹਾਸ ਬਾਰੇ ਗੱਲ ਕਰ ਲੈਂਦੇ ਹਾਂ। ਪੰਜਾਬੀ ਭਾਸ਼ਾ ਵਿੱਚ ਟੋਨ ਜਾਂ ਇਤਿਹਾਸਿਕ ਪਰਿਪੇਖ ਕੀ ਰਿਹਾ ਇਹਦਾ? ਜਿਵੇਂ ਭਾਰਤ ਪਾਕ ਉਪ ਮਹਾਂਦੀਪ ਦੇ ਲੰਬੇ ਚੌੜੇ ਭੂ ਭਾਗ ਵਿੱਚ ਫੈਲੇ ਹੋਏ ਭਾਰਤੀ ਆਰੀਆ ਭਾਸ਼ਾ ਪਰਿਵਾਰ, ਜਿਹੜਾ ਇੰਡੋ ਆਰੀਅਨ ਲੈਂਗੁਏਜ ਸਭ ਤੋਂ ਵੱਡਾ ਭਾਸ਼ਾ ਪਰਿਵਾਰ ਹੋਇਆ ਨਾ ਆਪਣਾ, ਭਾਰਤੀ ਆਰੀਆ ਭਾਸ਼ਾ ਪਰਿਵਾਰ ਵਿੱਚ ਪੰਜਾਬੀ ਹੀ ਇੱਕ ਸੁਰਾਤਮਕ ਭਾਸ਼ਾ, ਜਿਸ ਵਿੱਚ ਸੁਰ ਨੂੰ ਇੱਕ ਅਖੰਡਾਤਮਕ ਫਨੀਮ ਵਜੋਂ ਸਵੀਕਾਰ ਕੀਤਾ ਗਿਆ ਹੈ,
ठीक है। तो हुण इहदे च जिवें पंजाबी धुनी माला दी जिहड़ी नादी महाप्राण धुनियां किहड़ियां नादी महाप्राण धुनियां जिवें ਜਿਹੜੇ ਆਪਾਂ ਚੌਥਾ ਅੱਖਰ ਕੀਤਾ ਸੀ ਘੱਗਾ ਝੱਜਾ ਢੱਡਾ ਧੱਦਾ ਭੱਬਾ ਠੀਕ ਹੈ। ਤਾਂ ਉਹ ਮਹਾਂਪ੍ਰਾਣ ਧੁਨੀਆਂ ਜਦੋਂ ਉਹਨਾਂ ਤੇ ਸੁਰ ਵਧੇਰੇ ਲੱਗਦੀ ਆ, ਜੇ ਪੁੱਛਿਆ ਜਾਵੇ ਗੁਰਮੁਖੀ ਵਿੱਚ 5 ਵਰਨ ਇਹੋ ਜਿਹੇ ਆ ਜਿਨ੍ਹਾਂ ਤੇ ਸੁਰ ਵਧੇਰੇ ਲੱਗਦੀ ਆ, ਉਹ ਕਿਹੜੇ ਆ? ਘੱਗਾ ਝੱਜਾ ਢੱਡਾ ਧੱਦਾ ਭੱਬਾ ਠੀਕ ਹੈ, ਇਹਨਾਂ ਤੇ ਸੁਰ ਵਧੇਰੇ ਲੱਗਦੀ ਆ। ਤਾਂ ਇਸੇ ਤਰ੍ਹਾਂ ਜਿਹੜਾ ਹਾਹਾ ਉਹਦੇ ਤੇ ਵੀ ਸੁਰ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਆ। ਤਾਂ ਹੁਣ ਜਿਹੜਾ ਆਪਾਂ ਜੇ ਗੱਲ ਕਰੀਏ ਪੰਜਾਬੀ ਵਿੱਚ ਸੁਰ ਜਾਂ ਟੋਨ ਕੀ ਆ, ਤਾਂ ਪੰਜਾਬੀ ਭਾਸ਼ਾ ਵਿੱਚ ਸੁਰ ਦਾ ਬਹੁਤ ਜ਼ਿਆਦਾ ਮਹੱਤਵ ਹੈ। ਸੁਰ ਦੇ ਕਾਰਨ ਪੰਜਾਬੀ ਭਾਸ਼ਾ ਨੂੰ ਸੁਰ ਭਾਸ਼ਾ ਜਾਂ ਸੁਰਾਤਮਕ ਭਾਸ਼ਾ ਕਿਹਾ ਜਾਂਦਾ ਹੈ। ਭਾਰਤ ਦੀਆਂ ਸਾਰੀਆਂ ਆਰੀਆ ਭਾਸ਼ਾਵਾਂ ਵਿੱਚੋਂ ਪੰਜਾਬੀ ਹੀ ਇੱਕ ਅਜਿਹੀ ਭਾਸ਼ਾ ਹੈ ਜਿਸ ਵਿੱਚ ਸੁਰ ਦੀ ਵਰਤੋਂ ਹੁੰਦੀ ਹੈ। ਅਸਲ ਵਿੱਚ ਸੁਰ ਹੀ ਪੰਜਾਬੀ ਭਾਸ਼ਾ ਦੀ ਪਛਾਣ ਚਿੰਨ੍ਹ ਹੈ। ਪੰਜਾਬੀ ਭਾਸ਼ਾ ਨੂੰ ਬਾਕੀ ਭਾਸ਼ਾਵਾਂ ਨਾਲੋਂ ਨਿਖੇੜਨ ਵਾਲੀ ਜੇ ਕੋਈ ਇੱਕੋ ਇੱਕ ਭਾਸ਼ਾਈ ਵਿਸ਼ੇਸ਼ਤਾ ਹੈ ਤਾਂ ਉਹ ਸੁਰ ਹੈ। ਇਸ ਲਈ ਪੰਜਾਬੀ ਦੇ ਸੰਬੰਧ ਵਿੱਚ ਸੁਰ ਦਾ ਅਤੀ ਮਹੱਤਵ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਆਪਾਂ ਗੱਲ ਕਰਦੇ ਹਾਂ, ਜਿਵੇਂ ਕੜ ਤੇ ਕੜ, ਕੜ ਤੇ ਕੜ, ਚਾਹ ਤੇ ਚਾਹ। ਹੁਣ ਜਿਵੇਂ ਜਿਹੜਾ ਪਹਿਲਾ ਕੜ ਪੈਰ 'ਚ ਹਾਹਾ ਪਾਇਆ ਜਿੱਥੇ ਆਪਾਂ, ਤਾਂ ਉਹਦਾ ਮਤਲਬ ਹੋ ਗਿਆ ਕੜ ਦਾ ਕਾੜਨਾ, ਉਬਾਲਣਾ ਠੀਕ ਹੈ। ਜਿਵੇਂ ਕਿਸੇ ਚੀਜ਼ ਨੂੰ ਕਾੜਨਾ, ਦੁੱਧ ਨੂੰ ਕਾੜਨਾ, ਉਬਾਲਣਾ, ਤਾਂ ਉਸੇ ਤਰ੍ਹਾਂ ਚੰਗੀ ਤਰ੍ਹਾਂ ਕਾੜ ਲਓ, ਦੁੱਧ ਨੂੰ ਚੰਗੀ ਤਰ੍ਹਾਂ ਕਾੜ ਲਓ ਭਾਵ ਉਬਾਲ ਲਓ। ਤਾਂ ਹੁਣ ਇੱਥੇ ਕਾੜ ਤੇ ਦੂਜਾ ਕੜ ਉਹਦਾ ਭਾਵ ਆ ਥੱਲਾ ਠੀਕ ਹੈ। ਇਸੇ ਤਰ੍ਹਾਂ ਜਿਵੇਂ ਚਾਹ, ਚੱਚੇ ਨੂੰ ਕਿੰਨਾ ਚਾਹ ਦਾ ਮਤਲਬ ਤਾਂਗ, ਉਸ ਨੂੰ ਕਿੰਨਾ ਚਾਹ ਉਸਦੇ ਆਉਣ ਦਾ ਠੀਕ ਹੈ। ਹੁਣ ਚਾਹ ਵੀ ਉਸਦੇ ਆਉਣ ਦਾ ਤਾਂਗ ਠੀਕ ਹੈ। ਤੇ ਹੁਣ ਇੱਥੇ ਦੂਜੀ ਚਾਹ, ਚਾਹ ਕਿਹੜੀ? ਟੀ, ਜਿਹੜੀ ਆਪਾਂ ਚਾਹ ਪੀਂਦੇ ਹਾਂ ਠੀਕ ਹੈ। ਹੁਣ ਇਹਦੇ 'ਚ ਫਰਕ ਕਿਹਦੇ ਰਾਹੀਂ ਆਪਾਂ ਨੂੰ ਪਤਾ ਲੱਗਿਆ? ਸੁਰ ਰਾਹੀਂ। ਤਾਂ ਇਹੀ ਕਾਰਨ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਬਦ ਲੈ ਸਕਦੇ ਹੋ ਜਿਵੇਂ ਤੁਸੀਂ, ਤਾਂ ਉਹਨਾਂ ਵਿੱਚ ਵੀ ਜਿਹੜਾ ਫਰਕ ਵੇਖਣ ਨੂੰ ਮਿਲੂਗਾ ਆਪਾਂ ਨੂੰ। ਇਸ ਜਿਹੜਾ ਵਿਰੋਧੀ ਹਾਲਤ ਵਿੱਚ ਸੁਰ ਦੀ ਹੋਂਦ ਆ ਜਿਹੜੀ ਉਹ ਸਪਸ਼ਟ ਹੋ ਕੇ ਸਾਰਥਕ ਹੋ ਕੇ ਸਥਾਪਿਤ ਹੁੰਦੀ ਹੈ। ਜਿਵੇਂ ਕੜੀ, ਕੜ ਕੜੀ ਆਪਾਂ ਲੈ ਲਿਆ, ਚਲੋ ਕੌੜਾ ਕੌੜਾ ਠੀਕ ਹੈ। ਇਹਨਾਂ ਵਿੱਚ ਵੀ ਫਰਕ ਆ। ਹੁਣ ਇਸੇ ਤਰ੍ਹਾਂ ਪਾ, ਇੱਕ ਗੱਲ ਕਰਦੇ ਹਾਂ ਪਾ, ਇੱਕ ਹੈਗਾ ਜਿਵੇਂ ਆਪਾਂ ਗੱਲ ਕਰਦੇ ਹਾਂ ਪਾ, ਦੂਜਾ ਹੈਗਾ ਪਾ ਠੀਕ ਹੈ। ਹੁਣ ਇਹਨਾਂ ਵਿੱਚ ਵੀ ਹੁਣ ਜਿਹੜਾ ਪਾ ਦੇ ਵਿਰੋਧੀ ਜੁੱਟ ਵਿੱਚ ਹਾਹਾ, ਹੁਣ ਦੂਜੇ ਪਾਸੇ ਆਪਾਂ ਹਾਹੇ ਦੀ ਵਰਤੋਂ ਕਰਤੀ ਠੀਕ ਹੈ। ਤਾਂ ਹੁਣ ਜਿਹੜੀ ਧੁਨੀ ਹਾਹਾ ਪਰ ਉਚਾਰਨ ਵਿੱਚ ਪੂਰੀ ਨਹੀਂ ਉਚਾਰੀ ਜਾਂਦੀ। ਆਪਾਂ ਜਦੋਂ ਬੋਲਦੇ ਹਾਂ ਪਾ ਚਾ ਚਾ, ਪੂਰੀ ਨਹੀਂ ਆਪਾਂ ਉਚਾਰਦੇ, ਸਿਰਫ ਟੋਨ ਹੀ ਰਹਿ ਜਾਂਦੀ ਆਪਣੇ ਕੋਲ ਠੀਕ ਹੈ। ਤਾਂ ਗੁਰਮੁਖੀ ਦੀ ਲਿਖਾਈ ਵਿੱਚ ਹਾਹਾ ਲਿਖਣ ਤੇ ਉਚਾਰਨ ਵਿਚਲੇ ਇਸ ਸੂਖਮ ਫਰਕ ਨੂੰ ਪ੍ਰਗਟਾਇਆ ਨਹੀਂ ਜਾ ਸਕਦਾ। ਤੇ ਪੰਜਾਬੀ ਬੋਲਣ ਵਾਲੇ ਜਿਹੜੇ ਆਪਾਂ ਇਹਨਾਂ ਨੂੰ ਆਪਾਂ ਕੀ ਹੈ ਚੰਗੀ ਤਰ੍ਹਾਂ ਸਮਝ ਲੈਂਦੇ ਹਾਂ, ਕਿਉਂਕਿ ਜੇ ਹਾਹਾ ਨਹੀਂ ਵੀ ਬੋਲਦੇ ਤਾਂ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕੀ ਆਵਾਜ਼ ਆ ਰਹੀ ਆ। ਤਾਂ ਸੁਰ ਇੱਕ ਅਖੰਡੀ ਇਕਾਈ ਆ ਜੋ ਪੰਜਾਬੀ ਦੇ ਧੁਨੀ ਸਿਸਟਮ ਵਿੱਚ ਕਾਰਜਸ਼ੀਲ ਆ। ਇਸ ਤਰ੍ਹਾਂ ਪੰਜਾਬੀ ਭਾਸ਼ਾ ਵਿੱਚ ਸੁਰ ਦੀ ਅਰਥਪੂਰਨ ਹੋਂਦ ਸਥਾਪਿਤ ਹੁੰਦੀ ਆ ਠੀਕ ਹੈ। ਤਾਂ ਅੱਗੇ ਹੈਗਾ ਜਿਹੜਾ ਸੁਰ ਦੀ ਗੱਲ ਕੀਤੀ ਹੋਈ ਆ, ਪੰਜਾਬੀ ਸੁਰ ਦੀ ਪਛਾਣ ਤੇ ਸਥਾਪਨਾ ਕਿਵੇਂ ਕਰ ਸਕਦੇ ਹਾਂ ਆਪਾਂ ਠੀਕ ਹੈ। ਤਾਂ ਪੰਜਾਬੀ ਭਾਸ਼ਾ ਵਿੱਚ ਸੁਰ ਦੀ ਪਛਾਣ ਅਤੇ ਉਸ ਦੀ ਸਥਾਪਨਾ ਲਈ ਕੁਝ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ। ਜਿਵੇਂ ਹੁਣ ਤੁਹਾਨੂੰ ਮੈਂ ਇੱਥੇ ਅੱਖਰ ਦਿੱਤੇ ਹੋਏ ਆ ਕੁਛ ਕੁ, ਜਿਵੇਂ ਆ ਹੈਗੇ ਆ ਘੱਗਾ ਝੱਜਾ ਢੱਡਾ ਧੱਦਾ ਭਵਾ ਠੀਕ ਹੈ। ਹੁਣ ਇਹ ਪਹਿਲੇ ਜਿਹੜੇ ਅੱਖਰ ਆ ਘੱਗਾ ਝੱਜਾ ਢੱਡਾ ਧੱਦਾ, ਹੁਣ ਇੱਧਰ ਲਿਖ ਦਿੰਦੀ ਹਾਂ ਕੱਕਾ ਘੱਗਾ ਝੱਜਾ ਢੱਡਾ ਧੱਦਾ ਭੱਬਾ ਠੀਕ ਹੈ। ਤਾਂ ਇਹ ਜਿਹੜੇ ਵੈਸੇ ਅੱਖਰ ਕਿਹੜੇ ਆ? ਨਾਦੀ ਮਹਾਂਪ੍ਰਾਣ ਠੀਕ ਹੈ। ਇਹ ਅੱਖਰ ਵੈਸੇ ਜੇ ਗੁਰਮੁਖੀ 'ਚ ਗੱਲ ਕਰੀਏ ਤਾਂ ਆਪਾਂ ਕਿਹੜੇ ਆਉਂਦੇ ਆ? ਨਾਦੀ ਮਹਾਂਪ੍ਰਾਣ। ਤਾਂ ਪਰ ਹੁਣ ਇੱਥੇ ਕਿਹਦੇ 'ਚ ਇਹ ਬਦਲ ਜਾਂਦੇ ਆ? ਜਿਵੇਂ ਘੱਗਾ ਕਿਹਦੇ 'ਚ ਹੋ ਗਿਆ? ਕੱਕੇ 'ਚ ਠੀਕ ਆ। ਹੁਣ ਇਸੇ ਤਰ੍ਹਾਂ ਜਦੋਂ ਆਪਾਂ ਗੱਲ ਕਰਦੇ ਹਾਂ ਘੱਗਾ ਕਿਹਦੇ ਵਿੱਚ ਚਲਾ ਗਿਆ? ਕੱਕੇ ਵਿੱਚ ਠੀਕ ਆ। ਝੱਜਾ ਕਿਹਦੇ ਵਿੱਚ ਚਲਾ ਗਿਆ? ਚੱਚੇ ਵਿੱਚ। ਤਾਂ ਇਸੇ ਤਰ੍ਹਾਂ ਜਿਵੇਂ ਹੁਣ ਘਰ, ਘੱਗਾ ਨਹੀਂ ਲਿਖਦੇ, ਲਿਖਣ 'ਚ ਆਪਾਂ ਘੱਗਾ ਰਾਰਾ ਘਰ ਲਿਖਦੇ ਹਾਂ, ਪਰ ਜਦੋਂ ਬੋਲਦੇ ਹਾਂ ਤਾਂ ਉਦੋਂ ਕੀ ਆ? ਕੱਕੇ ਦੀ ਆਵਾਜ਼ ਆਉਂਦੀ ਹੈ ਤੇ ਨਾਲ ਨੀਵੀਂ ਸੁਰ ਆਉਂਦੀ ਹੈ। ਇਸੇ ਤਰ੍ਹਾਂ ਝਾੜੂ ਚੱਚਾ ਪਲੱਸ ਨੀਵੀਂ ਸੁਰ ਠੀਕ ਆ। ਇਸੇ ਤਰ੍ਹਾਂ ਜਿਵੇਂ ਹੁਣ ਅਗਲੀ ਐਗਜ਼ਾਮਪਲ ਦਿੱਤੀ ਹੋਈ ਆ ਢੋਲ, ਢੋਲ ਠੀਕ ਆ। ਤਾਂ ਹੁਣ ਇਹ 'ਚ ਕੀ ਆ ਜਾਊਗਾ? ਟੈਂਕਾ ਠੀਕ ਆ। ਉਸੇ ਤਰ੍ਹਾਂ ਧਰਮ, ਤੇ ਇਹ ਕਿਹਦੇ 'ਚ ਹੋ ਜਾਊਗਾ? ਤੱਤੇ 'ਚ। ਪੱਬਾ ਕਿਹਦੇ ਵਿੱਚ ਚਲਾ ਜਾਊਗਾ? ਪੱਬਾ ਜਿਹੜਾ ਆ ਜਾਊਗਾ ਉਹ ਕਿਹਦੇ ਵਿੱਚ ਆ ਜਾਊ? ਪੱਪੇ ਵਿੱਚ ਠੀਕ ਹੈ।
ਤੇ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਫਰਕ ਦੇਖਣ ਨੂੰ ਮਿਲਦਾ ਹੈ ਵੀ ਇਹ ਜਿਹੜੇ ਕਿਹਦੇ 'ਚ ਚਲੇ ਜਾਣਗੇ, ਸੁਰ ਮਿਸ਼ਰਤ ਅਲਪ ਪ੍ਰਾਣ ਆਗੋਸ਼ ਧੁਨੀਆਂ, ਜਿਹੜੇ ਇਹ ਅੱਖਰ ਆ ਇਹ ਕਿਹਦੇ ਵਿੱਚ ਚਲੇ ਜਾਣਗੇ, ਅਲਪ ਪ੍ਰਾਣ ਆਗੋਸ਼ ਧੁਨੀਆਂ ਵਿੱਚ। ਠੀਕ ਆ, ਇਹਦੇ ਵਿੱਚ ਹੋ ਜਾਣਗੇ, ਬਦਲ ਜਾਣਗੇ। ਤੇ ਨਾਲ ਨਾਲ ਸੁਰ ਕਿਹੜੀ ਲੱਗ ਜੂਗੀ, ਨੀਵੀਂ ਸੁਰ ਲੱਗ ਜੂਗੀ। ਠੀਕ ਆ, ਆਪਾਂ ਇਹ ਦੱਸਿਆ ਹੋਇਆ ਵੀ ਨਾਲ ਨਾਲ ਸੁਰਾਂ ਬਾਰੇ ਵੀ ਗੱਲ ਕਰਦੇ ਜਾਵਾਂਗੇ ਵੀ ਸੁਰ ਨੀਵੀਂ ਉੱਚੀ ਕਿੱਥੇ ਲੱਗੂਗੀ। ਤਾਂ ਹੁਣ ਜੇ ਇਹ ਸ਼ਬਦਾਂ ਜਿਹੜੇ ਘੱਗਾ ਇਹ ਵਾਲੇ ਸ਼ਬਦ, ਜੇ ਇਹ ਸ਼ਬਦ ਦੀ ਮੂਹਰਲੀ ਇਹ ਅੱਖਰ, ਸ਼ਬਦ ਨਹੀਂ, ਇਹ ਵਰਨ ਜਿਹੜੇ ਗੁਰਮੁਖੀ ਦੇ 5 ਵਰਨ ਆ, ਜੇ ਇਹ ਸ਼ਬਦਾਂ ਦੀ ਮੁੱਢਲੀ ਸਥਿਤੀ ਵਿੱਚ ਵਿਚਰਦੇ ਆ ਤਾਂ ਫਿਰ ਉਦੋਂ ਸੁਰ ਆ ਜਿਹੜੀ ਉਹ ਕਿਹੜੀ ਆ ਜੂਗੀ, ਨੀਵੀਂ ਸੁਰ ਆ ਜੂਗੀ। ਠੀਕ ਹੈ, ਤੇ ਇਹ ਸੀਗਾ ਇਹਦੇ 'ਚ ਨੀਵੀਂ ਸੁਰ ਦਾ। ਇੱਕ ਵਾਰੀ ਇਹ ਪੰਜਾਬੀ ਸੁਰ ਦੀ ਪਛਾਣ ਤੇ ਸਥਾਪਨਾ ਕਰਨ ਵਿੱਚ ਤੇ ਇੰਨੀ ਕੁ ਉਦਾਹਰਨ ਲਈ ਆ। ਤਾਂ ਅਗਲਾ ਜਿਹੜਾ ਹੈਗਾ, ਜੇ ਇਹੀ ਸ਼ਬਦ ਘੱਗਾ ਝੱਜਾ ਢੱਡਾ ਧੱਦਾ ਭੱਬਾ, ਠੀਕ ਆ, ਜੇ ਇਹੀ ਸ਼ਬਦ ਹੁਣ ਜਿਵੇਂ ਅੰਤਲੇ ਵਿਅੰਜਨ ਤੇ ਵਿਚਰ ਕੇ ਆਉਂਦੇ ਆ ਤਾਂ ਹੈ ਕੀ ਆ, ਸਗੋਸ਼ ਅਲਪ ਪ੍ਰਾਣ ਵਿਅੰਜਨ ਹਨ ਜਿਨ੍ਹਾਂ ਨਾਲ ਉੱਚੀ ਸੁਰ ਮਿਸ਼ਰਤ ਹੈ। ਜਿਹੜੇ ਹੁਣ ਇੱਕ ਜੇ ਸ਼ਬਦਾਂ ਦੀ ਮੰਨ ਲਓ ਅੰਤਲੀ ਸਥਿਤੀ ਵਿੱਚ ਜਾਂ ਮੱਧਵਰਤੀ ਸਥਿਤੀ ਵਿੱਚ ਆਉਂਦੇ ਆ, ਘੱਗਾ ਝੱਜਾ ਢੱਡਾ ਧੱਦਾ ਭੱਬਾ, ਤਾਂ ਇਹਦੋਂ ਕਿਹਦੇ ਵਿੱਚ ਚਲੇ ਜਾਣਗੇ, ਇਹ ਗੱਗਾ ਜੱਜਾ ਡੱਡਾ ਧੱਦਾ ਬੱਬਾ ਵਿੱਚ। ਜਿਵੇਂ ਹੁਣ ਇੱਥੇ ਦਿੱਤਾ ਹੋਇਆ ਤੁਹਾਨੂੰ ਵੱਧ, ਤਾਂ ਇਹ ਕਿਹਦੇ ਵਿੱਚ ਚਲਾ ਗਿਆ, ਵੱਧ, ਹੁਣ ਇਹ ਦੱਦੇ ਵਿੱਚ ਚਲਾ ਗਿਆ। ਇਸੇ ਤਰ੍ਹਾਂ ਬੱਜ ਜੱਜੇ ਵਿੱਚ ਚਲਾ ਗਿਆ। ਇਸੇ ਤਰ੍ਹਾਂ ਇੱਕ ਹੋਰ ਸ਼ਬਦ ਲੈ ਲੈਂਦੇ ਆਪਾਂ, ਸਿੰਘ, ਤਾਂ ਹੁਣ ਇਹ ਘੱਗਾ ਕਿਹਦੇ ਵਿੱਚ ਚਲਾ ਜਾਊਗਾ, ਗੱਗੇ ਵਿੱਚ। ਠੀਕ ਹੈ, ਗੱਗੇ ਵਿੱਚ ਬਦਲ ਗਿਆ, ਉੱਚੀ ਸੁਰ ਪਲੱਸ ਉੱਚੀ ਸੁਰ ਹੋਊਗੀ। ਤਾਂ ਇਸੇ ਤਰ੍ਹਾਂ ਜਿਹੜਾ ਹੁਣ ਅਗਲਾ ਇੱਕ ਹੋਰ ਅੱਖਰ ਲੈ ਲਓ, ਜਿਵੇਂ ਤੁਸੀਂ ਕੋਈ ਵੀ ਉਦਾਹਰਨ ਲੈ ਸਕਦੇ ਹੋ ਇਹਦੇ 'ਚ, ਜਿਵੇਂ ਸਿੰਘ ਤੋਂ ਬਾਅਦ ਆਪਾਂ ਕੋਈ ਹੋਰ ਲੈ ਲਓ, ਜਿਵੇਂ ਲੱਭ, ਹੁਣ ਇਹ ਕਿਹਦੇ ਵਿੱਚ ਚਲਾ ਜਾਊਗਾ, ਬੱਬੇ ਵਿੱਚ। ਭੱਬਾ ਜਿਹੜਾ ਇਹ ਕਿਹਦੇ ਵਿੱਚ ਚਲਾ ਜਾਊਗਾ, ਬੱਬੇ ਵਿੱਚ, ਤੇ ਉੱਚੀ ਸੁਰ ਹੋ ਜੂਗੀ। ਠੀਕ ਹੈ, ਤੇ ਇਸੇ ਤਰ੍ਹਾਂ ਜਿਹੜਾ ਇਹ ਕੀ ਆ, ਸ਼ਬਦਾਂ ਦਾ ਪਤਾ ਲੱਗਦਾ ਰਹਿੰਦਾ ਆਪਾਂ ਨੂੰ, ਕੀ ਆ, ਪੰਜਾਬੀ ਸੁਰ ਦੀ ਪਛਾਣ ਤੇ ਸਥਾਪਨਾ ਹੁੰਦੀ ਰਹਿੰਦੀ ਹੈ ਇਸੇ ਤਰ੍ਹਾਂ। ਠੀਕ ਹੈ, ਹੁਣ ਜਿਵੇਂ ਕੌੜਾ ਤੇ ਕੌੜਾ, ਆਪਾਂ ਦੋ ਗੱਲ ਕੀਤੀ ਸੀ ਨਾ ਉੱਥੇ, ਕੌੜਾ ਕੌੜਾ, ਠੀਕ ਹੈ, ਇਹਦੀ ਗੱਲ ਕੀਤੀ ਸੀ ਆਪਾਂ, ਕੌੜਾ, ਕੌੜਾ। ਠੀਕ ਹੈ, ਇੱਕ ਹੈਗਾ ਕੌੜਾ ਪੈਰ ਚ ਪੱਤ। ਠੀਕ ਹੈ, ਕੌੜਾ। ਹੁਣ ਇਹਨਾਂ ਦੋਨਾਂ ਵਿੱਚ ਵੀ ਫਰਕ ਆ। ਹੁਣ ਇਹ ਜਿਹੜਾ ਕੌੜਾ ਇਹ ਕੀ ਆ, ਘੋੜੇ ਦਾ ਚੰਬੁਕ ਜਿਹੜਾ ਹੁੰਦਾ ਉਹ, ਤੇ ਇੱਥੇ ਇਹ ਕੌੜਾ ਕਾਹਦਾ, ਕੁਸ਼ਟ ਰੋਗ, ਜਿਹੜਾ ਰੋਗ ਆ ਇੱਕ। ਠੀਕ ਹੈ, ਤੇ ਇਸੇ ਤਰ੍ਹਾਂ ਜਿਹੜੇ ਸ਼ਬਦਾਂ ਵਿੱਚ ਫਰਕ ਆਪਾਂ ਨੂੰ ਉਹ ਵੇਖਣ ਨੂੰ ਮਿਲਦਾ ਸੁਰ ਰਾਹੀਂ। ਤੇ ਇਸੇ ਤਰ੍ਹਾਂ ਅਗਲਾ ਜਿਹੜੀ ਗੱਲ ਕਰਦੇ ਆ ਆਪਾਂ, ਸੁਰ ਕਿੰਨੇ ਪ੍ਰਕਾਰ ਦੀ ਹੁੰਦੀ ਹੈ। ਠੀਕ ਹੈ, ਸੁਰ ਆ ਜਿਹੜੀ ਉਹ 3 ਤਰ੍ਹਾਂ ਦੀ ਹੁੰਦੀ ਆ। ਜਿਵੇਂ ਕਿ ਗੱਲ ਕੀਤੀ ਆਪਾਂ 3 ਤਰ੍ਹਾਂ ਦੀ ਸੁਰ ਦੱਸੀ ਆ। ਸੁਰ ਦੇ 3 ਪ੍ਰਕਾਰ ਹੁੰਦੇ ਆ, ਉੱਚੀ ਸੁਰ, ਮੱਝਲੀ ਸੁਰ, ਨੀਵੀਂ ਸੁਰ। ਠੀਕ ਹੈ, 3 ਤਰ੍ਹਾਂ ਦੀ। ਹੁਣ ਜਿਹੜੀ ਮੱਝਲੀ ਸੁਰ ਆ ਇਹਨੂੰ ਵੱਖੋ ਵੱਖ ਵਿਦਵਾਨ ਆ ਜਿਹੜੇ ਵੱਖ-ਵੱਖ ਨਾਵਾਂ ਨਾਲ ਜਾਣਦੇ ਆ। ਠੀਕ ਹੈ, ਕੋਈ ਇਸ ਨੂੰ ਕੀ ਕਹਿ ਦਿੰਦਾ, ਕੋਈ ਵਿਦਵਾਨ ਇਸ ਲਈ ਕੀ ਆ, ਮੱਧਵਰਤੀ ਸੁਰ ਦੀ ਵੀ ਵਰਤੋਂ ਕਰਦਾ, ਮੱਧਵਰਤੀ ਵੀ ਕਹਿ ਦਿੰਦਾ ਇਹਨੂੰ। ਠੀਕ ਹੈ, ਕੋਈ ਇਹਨੂੰ ਸਾਵੀਂ ਸੁਰ ਵੀ ਕਹਿ ਦਿੰਦਾ। ਠੀਕ ਹੈ, ਤਾਂ ਹੁਣ ਇਹ ਮੱਝਲੀ ਸੁਰ ਦੇ ਜਿਹੜੇ ਨਾਮ ਆ, ਕੋਈ ਮੱਧਵਰਤੀ ਵਰਤਦਾ ਇਹਨੂੰ, ਕੋਈ ਕੀ ਹੈ ਸਾਵੀ ਸੁਰ ਵੀ ਕਹਿ ਦਿੰਦਾ। ਤਾਂ ਇਹ ਅਲੱਗ-ਅਲੱਗ ਵਿਦਵਾਨਾਂ ਨੇ ਅਲੱਗ-ਅਲੱਗ ਨਾਮ ਦਿੱਤੇ ਆ ਸੁਰਾਂ ਦੇ। ਇਸੇ ਤਰ੍ਹਾਂ ਵਿਭਿੰਨ ਨਾਵਾਂ ਦੀ ਜਿਹੜੀ ਤਾਲਿਕਤਾ ਆਪਾਂ ਉਹਦੇ ਬਾਰੇ ਵੀ ਗੱਲ ਕਰ ਲੈਂਦੇ ਆ। ਜਿਵੇਂ ਕੀ ਆ, ਜਿਹੜੇ ਮੇਨ ਆ HS ਗਿੱਲ ਤੇ ਗਲੇਲਸਨ ਜਿਹੜੇ ਹੋਏ ਆ ਵਿਦਵਾਨ ਲਿੰਗੁਇਸਟਿਕ ਹੋਏ ਆ, ਤਾਂ ਉਹਨਾਂ ਨੇ ਸੁਰ ਨੂੰ ਜਿਹੜੀ 3 ਤਰ੍ਹਾਂ ਦੱਸਿਆ, ਉੱਚੀ ਸੁਰ, ਮੱਧਵਰਤੀ ਸੁਰ, ਨੀਵੀਂ ਸੁਰ। ਉਸੇ ਤਰ੍ਹਾਂ MS ਗਿੱਲ ਨੇ ਵੀ 3 ਤਰ੍ਹਾਂ ਦੀ ਸੁਰ ਦੱਸਿਆ, ਉੱਚੀ ਸੁਰ, ਮੱਧਵਰਤੀ ਸੁਰ, ਨੀਵੀਂ ਸੁਰ। BS ਸੰਧੂ, ਬਲਵੀਰ ਸਿੰਘ ਸੰਧੂ ਨੇ ਵੀ 3 ਤਰ੍ਹਾਂ ਦੀ ਸੁਰ ਦੱਸਿਆ, ਉੱਚੀ ਸੁਰ, ਪੱਧਰੀ ਸੁਰ, ਨੀਵੀਂ ਸੁਰ। MS ਜੋਸ਼ੀ ਨੇ ਵੀ 3 ਤਰ੍ਹਾਂ ਦੀ ਸੁਰ ਦੱਸਿਆ, ਚੜ੍ਹਦੀ ਸੁਰ, ਵਿਚਕਾਰਲੀ ਸੁਰ, ਲਹਿੰਦੀ ਸੁਰ। ਹੁਣ ਦੇਖੋ MS ਜੋਸ਼ੀ ਨੇ ਕੀ ਆ, ਜਿਹੜੀ ਹਾਈ ਟੋਨ ਉੱਚੀ ਸੁਰ ਆ, ਉੱਚੀ ਸੁਰ ਨੂੰ ਕੀ ਕਹਿਤਾ ਉਹਨੇ, MS ਜੋਸ਼ੀ ਨੇ ਚੜ੍ਹਦੀ ਸੁਰ। ਠੀਕ ਹੈ, ਚੜ੍ਹਦੀ ਸੁਰ MS ਜੋਸ਼ੀ ਨੇ ਕਿਹਾ ਹੈ। ਤਾਂ ਹੁਣ ਇਹਨੇ ਜਿਹੜੀ ਮੱਝਲੀ ਸੁਰ ਆ ਉਹਨੂੰ ਕਿਹੜੀ ਕਹਿਤਾ, ਵਿਚਕਾਰਲੀ। ਠੀਕ ਹੈ, ਵਿਚਕਾਰਲੀ ਸੁਰ ਇਹਨੂੰ ਕਹਿਤਾ। ਜਿਹੜੀ ਨੀਵੀਂ ਸੁਰ ਆ ਉਹਨੂੰ ਕੀ ਕਹਿਤਾ ਉਹਨੇ, MS ਜੋਸ਼ੀ ਨੇ ਲਹਿੰਦੀ। ਠੀਕ ਹੈ, ਇਹਨੂੰ ਲਹਿੰਦੀ ਦੱਸਦਾ। ਤਾਂ ਹੁਣ ਅਲੱਗ-ਅਲੱਗ ਵਿਦਵਾਨਾਂ ਨੇ ਅਲੱਗ-ਅਲੱਗ ਤਰ੍ਹਾਂ ਦੀ ਸੁਰ ਦੱਸਿਆ। ਠੀਕ ਹੈ, ਤਾਂ ਇਹ ਸੀਗੀਆਂ ਸੁਰ ਜਿਹੜੀ 3 ਪ੍ਰਕਾਰ ਦੀ ਆ, ਅਲੱਗ-ਅਲੱਗ ਵਿਦਵਾਨਾਂ ਨੇ ਅਲੱਗ-ਅਲੱਗ ਨਾਮ ਦੱਸਿਆ, ਆਪਾਂ ਉਹਨਾਂ ਬਾਰੇ ਵੀ ਗੱਲ ਕਰ ਲਈ। ਅੱਗੇ ਹੈ ਜਿਹੜਾ ਸੁਰਾਂ ਦੇ ਫਨੈਟਿਕ ਲੱਛਣ ਅਤੇ ਉਦਾਹਰਨ। ਜਿਵੇਂ ਹੁਣ ਨੀਵੀਂ ਸੁਰ ਲਈ ਕਿਹੜੀ ਆ ਨਿਸ਼ਾਨੀ ਵਰਤੀ ਜਾਂਦੀ ਆ, ਨੀਵੇਂ ਸੁਰ ਲਈ ਐਵੇਂ ਲੱਗੀ ਹੋਊਗੀ ਜਿਹੜੀ ਨਿਸ਼ਾਨੀ। ਠੀਕ ਆ, ਤਾਂ ਜਿਹੜੀ ਉੱਚੀ ਸੁਰ ਲਈ ਆ, ਉੱਚੀ ਸੁਰ ਲਈ ਜਿਹੜੀ ਨਿਸ਼ਾਨੀ ਆਊਗੀ ਉਹ ਵੀ ਤੁਹਾਨੂੰ ਦੱਸ ਦਿੰਦੇ ਆ। ਉੱਚੀ ਸੁਰ ਲਈ ਕਿਹੜੀ ਆਊਗੀ,
ਉੱਚੀ ਸੁਰ ਲਈ ਜਿਹੜੀ ਨਿਸ਼ਾਨੀ ਆਉਂਦੀ ਆ ਉਹ ਵੀ ਦੱਸ ਦਿੰਦੀ ਆ। ਉੱਚੀ ਸੁਰ ਲਈ ਉੱਚੀ ਸੁਰ ਲਈ ਵੀ ਐਵੇਂ ਆਊਗੀ, ਠੀਕ ਆ। ਜਿਵੇਂ ਇੱਧਰ ਐਵੇਂ ਕਰਕੇ ਨੀਵੀਂ ਸੁਰ ਦੀ, ਉੱਚੀ ਸੁਰ ਦੀ ਇਹ ਵਾਲੀ ਆਊਗੀ, ਠੀਕ ਆ। ਤਾਂ ਹੁਣ ਜਿਹੜੀ ਪੱਧਰੀ ਸੁਰ ਦੀ ਆਊਗੀ ਉਹ ਵੀ ਦੱਸ ਦਿੰਦੀ ਆ ਨਿਸ਼ਾਨੀ। ਪੱਧਰੀ ਸੁਰ ਦੀ ਜਿਹੜੀ ਨਿਸ਼ਾਨੀ ਹੋਊਗੀ ਉਹ ਕਿਵੇਂ ਹੋਊਗੀ, ਐਵੇਂ ਕਰਕੇ ਉਹ ਐ ਹੋਊਗੀ, ਠੀਕ ਆ। ਤਾਂ ਹੁਣ ਤਿੰਨੇ ਸੁਰਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਅਲੱਗ-ਅਲੱਗ ਹੁੰਦੀਆਂ। ਤਾਂ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਨੀਵੀਂ ਸੁਰ ਦੀ। ਤਾਂ ਨੀਵੀਂ ਸੁਰ ਆ ਜਿਹੜੀ ਉਹਦੀ ਗੱਲ ਕਰਦੇ ਹਾਂ। ਨੀਵੀਂ ਸੁਰ ਆ ਜਿਹੜੀ ਉਹ ਕੀ ਆ, ਪਹਿਲਾਂ ਕਿਵੇਂ ਪਤਾ ਲੱਗਦਾ ਨੀਵੀਂ ਸੁਰ ਆਪਾਂ ਨੂੰ, ਠੀਕ ਆ। ਇਹਦੇ ਲੱਛਣ ਕੀ ਹੋਣਗੇ ਨੀਵੀਂ ਸੁਰ ਦੇ ਜਦੋਂ ਆਪਾਂ ਪਤਾ ਕਰਨਾ ਹੋਵੇ ਇਹਦੇ। ਤਾਂ ਨੀਵੀਂ ਸੁਰ ਦੀ ਨਿਸ਼ਾਨੀ ਤਾਂ ਤੁਹਾਨੂੰ ਦੱਸਦਾ ਜਿਹੜੀ ਇਹ ਵਾਲੀ ਆ, ਠੀਕ ਆ। ਨੀਵੀਂ ਸੁਰ ਦੀ ਨਿਸ਼ਾਨੀ ਆ ਜਿਹੜੀ ਇਹ ਵਾਲੀ ਆ। ਤਾਂ ਹੁਣ ਇਸ 'ਚ ਕੀ ਹੋਊਗਾ, ਨੀਵੀਂ ਸੁਰ ਇਸ ਦੀ ਨਿਸ਼ਾਨੀ ਜਿਹੜੀ ਤੁਹਾਨੂੰ ਦੱਸੀ ਗਈ ਆ। ਨੀਵੀਂ ਸੁਰ ਸਭ ਤੋਂ ਨੀਵੀਂ ਹੁੰਦੀ ਆ, ਤਾਣ ਹੌਲੀ ਜਿਹੀ ਡਿੱਗਣ ਲੱਗਦੀ ਆ, ਸੁਰਾਤਮਕ ਉਚਾਰਖੰਡ ਕਾਫੀ ਲਮਕ ਜਾਂਦਾ, ਨੀਵੀਂ ਟੋਨ ਨੀਵੀਂ ਪਿੱਚ ਤੇ ਸੁਣੀ ਜਾਂਦੀ ਆ। ਤਾਂ ਇਹ ਕੀ ਆ, ਨੀਵੀਂ ਸੁਰ ਦੀ ਮਾਤਰਾ ਦੂਜੀਆਂ ਸੁਰਾਂ ਨਾਲੋਂ ਜਰਾ ਕੁ ਲੰਬੀ ਹੁੰਦੀ ਆ। ਨਾਦ ਯੰਤਰ ਵਿੱਚ ਚੀਕਵੀਂ ਕਸਾਵਟ ਅਤੇ ਛਾਤੀ ਵਿੱਚ ਸਾਹ ਦੀ ਕੰਬਣੀ ਵੀ ਮਹਿਸੂਸ ਹੁੰਦੀ ਹੈ। ਤੇ ਪੰਜਾਬੀ ਵਿੱਚ ਜਿਹੜੇ ਵਰਨ ਆ, ਤਾਂ ਹੁਣ ਪੰਜਾਬੀ ਵਿੱਚ ਜਿਹੜੇ ਵਰਨ ਆ, ਜਿਹੜੇ ਕਿਹੜੇ 5 ਵਰਨ ਤੁਹਾਨੂੰ ਦੱਸੇ ਸੀ, ਘੱਗਾ, ਅੱਗੇ ਝੱਜਾ, ਢੱਡਾ, ਠੀਕ ਹੈ, ਧੱਦਾ ਤੇ ਪੱਬਾ, ਇਹ 5 ਵਰਨ ਦੱਸੇ ਸੀ ਨਾ। ਇਹ ਜਦੋਂ ਸ਼ਬਦਾਂ ਦੀ ਮੁੱਢਲੀ ਸਥਿਤੀ ਵਿੱਚ ਵਿਚਰਨ ਤਾਂ ਉਦੋਂ ਕੀ ਹੁੰਦੀ ਆ, ਨੀਵੀਂ ਸੁਰ ਲੱਗਦੀ ਆ, ਠੀਕ ਆ। ਤਾਂ ਨੀਵੀਂ ਸੁਰ ਕਿਹਦੇ ਵਿੱਚ ਚਲੇ ਜਾਂਦੇ ਆ, ਇਹ ਕੱਕੇ ਵਿੱਚ, ਠੀਕ ਆ। ਇਹ ਕਿਹਦੇ ਵਿੱਚ ਚਲਾ ਜਾਂਦਾ, ਚੱਚੇ ਵਿੱਚ। ਇਹ ਕਿਹਦੇ ਵਿੱਚ ਚਲਾ ਜਾਂਦਾ, ਟੈਂਕੇ ਵਿੱਚ। ਇਹ ਕਿਹਦੇ ਵਿੱਚ ਚਲਾ ਜਾਂਦਾ, ਤੱਤੇ ਵਿੱਚ, ਠੀਕ ਆ। ਇਹ ਤੱਤੇ ਵਿੱਚ, ਇਹ ਪੱਪੇ ਵਿੱਚ, ਠੀਕ ਆ। ਇਹ ਐਵੇਂ ਚਲੇ ਜਾਂਦੇ ਆ ਸਾਰੇ। ਤਾਂ ਨੀਵੀਂ ਸੁਰ ਜਿਵੇਂ ਘਰ, ਝਾੜੂ, ਢੋਲ, ਧੋਬੀ, ਭਾਈ, ਇਹ ਸਾਰੇ ਕਿਹਦੇ 'ਚ ਚਲੇ ਜਾਣਗੇ, ਨੀਵੀਂ ਸੁਰ ਵਿੱਚ। ਤਾਂ ਹੁਣ ਜੇ ਮੰਨ ਲਓ ਸ਼ਬਦਾਂ ਦੀ ਨੀਵੀਂ ਸੁਰ ਦੇ ਹੋਰ ਵੀ ਉਦਾਹਰਨ ਦਿੱਤੇ ਜਾ ਸਕਦੇ ਆ, ਜਿਵੇਂ ਘੜੀ, ਘੋੜਾ, ਪਹਾੜਾ, ਭਾਰ, ਕਾਲ, ਭਾ, ਠੀਕ ਆ। ਜਿਵੇਂ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦੀ ਆ, ਘੜੀ, ਠੀਕ ਆ। ਹੁਣ ਇਹਨੂੰ ਜਦੋਂ ਆਪਾਂ ਇਹਦੀਆਂ ਧੁਨੀਆਂ ਨਿਖੇੜਾਂਗੇ ਤਾਂ ਆਪਾਂ ਕਿਵੇਂ ਕਰਾਂਗੇ ਕਿ ਇਹ ਆ ਸੁਰ ਲੱਗੂਗੀ ਨਾਲ ਆਰ ਡੋਟ ਆਈ, ਠੀਕ ਆ, ਆਈ। ਤਾਂ ਇਸੇ ਤਰ੍ਹਾਂ ਜਿਹੜੀ ਇਹ ਆ ਲੱਗ ਜੂ ਕੜੀ। ਤਾਂ ਹੁਣ ਇਹਦੀ ਜਦੋਂ ਆਪਾਂ ਕੀ ਕਰਾਂਗੇ, ਐ ਨੂੰ ਜਿਹੜੀ ਇਹਦੀ ਨਿਸ਼ਾਨੀ ਆ ਨੀਵੀਂ ਸੁਰ ਦੀ, ਰਾੜਾ, ਈੜੀ ਨੂੰ ਵਿਆਰੀ, ਠੀਕ ਆ, ਕੜੀ। ਤਾਂ ਹੁਣ ਇਹ ਕੀ ਹੋ ਗਿਆ, ਇਹਦੀ ਕੀ ਆ, ਜਦੋਂ ਆਪਾਂ ਧੁਨੀਆਂ ਨਿਖੇੜਨ ਕਰਦੇ ਆ ਤਾਂ ਉਹ ਨਾਲ ਫਰਕ ਪਤਾ ਲੱਗ ਜਾਂਦਾ, ਠੀਕ ਆ। ਤਾਂ ਇਸੇ ਤਰ੍ਹਾਂ ਇਹ ਨੀਵੀਂ ਸੁਰ ਆ। ਹੁਣ ਉੱਚੀ ਸੁਰ ਦੀ ਗੱਲ ਕਰਦੇ ਆ ਆਪਾਂ। ਉੱਚੀ ਸੁਰ ਦੀ ਨਿਸ਼ਾਨੀ ਆ ਜਿਹੜੀ ਤੁਹਾਨੂੰ ਦੱਸਦੀ ਸੀ ਮੈਂ, ਉੱਚੀ ਸੁਰ ਦੀ ਨਿਸ਼ਾਨੀ ਆ, ਉੱਚੀ ਸੁਰ, ਠੀਕ ਹੈ। ਉੱਚੀ ਸੁਰ ਦੀ ਨਿਸ਼ਾਨੀ ਸੀ ਜਿਹੜੀ ਮੈਂ ਤੁਹਾਨੂੰ ਦੱਸੀ ਸੀ, ਉਹ ਕਿਹੜੀ ਸੀ, ਐਵੇਂ ਕਰਕੇ ਸੀ ਉਹ, ਠੀਕ ਹੈ, ਉੱਚੀ ਸੁਰ। ਤਾਂ ਉੱਚੀ ਸੁਰ ਦੂਜੀਆਂ ਦੋਹਾਂ ਨਾਲੋਂ ਉੱਚੀ ਹੁੰਦੀ ਆ, ਪਰ ਇਹਦੇ ਲੱਛਣ ਆ ਜਿਹੜੇ ਬਾਕੀ ਸਾਰੇ ਲੱਛਣ ਸਾਂਝੇ ਹੁੰਦੇ ਆ। ਉੱਚੀ ਸੁਰ ਵੇਲੇ ਜਿਹੜੀ ਸੁਰਾਤਮਕ ਉਚਾਰਖੰਡ ਆ ਉਹ ਦੂਜੀਆਂ ਦੋਹਾਂ ਨਾਲੋਂ ਛੋਟਾ ਹੁੰਦਾ। ਇਸ ਸਮੇਂ ਉਚਾਰਨ ਸਮੇਂ ਕੰਠ ਪਿਟਾਰੀ ਵਿੱਚ ਕਸਾਊ, ਜਿਹੜੇ ਆਪਣੇ ਗਲੋਟਿਸ ਹੁੰਦੇ ਆ ਉਹਨਾਂ ਵਿੱਚ ਕਸਾਊ ਮਹਿਸੂਸ ਹੁੰਦਾ। ਉੱਚੀ ਸੁਰ ਵਧੇਰੇ ਤੇਜ਼ ਤੇ ਤਿੱਖੀ ਹੁੰਦੀ ਆ। ਉੱਚੀ ਸੁਰ ਉੱਤਮ ਤਾਨ ਤੇ ਸੁਣੀ ਜਾਂਦੀ ਆ। ਸਮਾਂ ਵਿੱਥ ਜਾਂ ਮਾਤਰਾ ਦੇ ਪੱਖੋਂ ਵੀ ਜਿਹੜੀ ਉੱਚੀ ਸੁਰ ਆ ਉਹਦੇ ਵਾਲਾ ਸਲੇਂਬਲ ਆ ਜਿਹੜਾ ਉਚਾਰਖੰਡ ਆ ਸਭ ਤੋਂ ਛੋਟਾ ਹੁੰਦਾ, ਠੀਕ ਆ। ਜਿਵੇਂ ਹੁਣ ਆਪਾਂ ਐਗਜ਼ਾਮਪਲ ਲੈਂਦੇ ਆ, ਜਿਵੇਂ ਆਪਾਂ ਕੀ ਆ, ਉਹੀ ਸ਼ਬਦ ਜਿਹੜੇ ਮੈਂ ਤੁਹਾਨੂੰ 5 ਵਰਨ ਦੱਸੇ ਸੀਗੇ ਪਹਿਲਾਂ, ਤਾਂ ਜਿਵੇਂ ਉਹਦੇ ਵਿੱਚ ਮਾਘੀ, ਉੱਚੀ ਦੀ ਗੱਲ ਕਰਦੇ ਆ ਆਪਾਂ ਜੇ, ਠੀਕ ਹੈ, ਉੱਚੀ ਮਾਘੀ। ਹੁਣ ਇਹੀ ਘੱਗਾ ਜਿਹੜਾ ਪਿਛਲੀ ਸਥਿਤੀ ਵਿੱਚ ਆ ਗਿਆ ਤਾਂ ਹੁਣ ਇਹ ਕਾਹਦੇ ਵਿੱਚ ਚਲਾ ਜਾਊਗਾ, ਗੱਗੇ ਵਿੱਚ, ਠੀਕ ਹੈ। ਤਾਂ ਹੁਣ ਇਹਦੇ ਵਿੱਚ ਕੀ ਆ, ਉੱਚੀ ਸਥਿਤੀ ਪੈਦਾ ਹੋ ਜੂਗੀ, ਉੱਚੀ ਸੁਰ ਪੈਦਾ ਹੋ ਜੂਗੀ, ਠੀਕ ਹੈ। ਹੁਣ ਜਿਵੇਂ ਮੰਮਾ ਆ, ਇਹਦੇ ਨਾਲ ਹੈ ਗਈ, ਮਾਘੀ, ਠੀਕ ਹੈ। ਹੁਣ ਮਾਘੀ, ਹੁਣ ਆ ਤੋਂ ਬਾਅਦ ਕੀ ਆ, ਗੱਗੇ ਦੀ ਆਵਾਜ਼ ਆਊਗੀ ਇੱਥੇ, ਮਾਘੀ, ਠੀਕ ਆ। ਤੇ ਇਹ ਕੀ ਆ, ਉੱਚੀ ਸੁਰ ਦੀ ਨਿਸ਼ਾਨੀ ਆ ਰਹੀ ਆ। ਤਾਂ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਲੈ ਸਕਦੇ ਹੋ, ਜਿਵੇਂ ਤੁਸੀਂ ਸੋਚੀ, ਇਹ ਵੀ ਉੱਚੀ ਸੁਰ ਲੱਗ ਜੂ ਇਹਦੇ ਤੇ। ਉੱਚੀ ਸੁਰ ਕਿਹੜੀ ਆ ਜੂਗੀ, ਝੱਜਾ ਕਾਹਦੇ ਵਿੱਚ ਚਲਾ ਜਾਊਗਾ, ਇਹ ਜੱਜੇ ਵਿੱਚ, ਠੀਕ ਆ। ਤੇ ਇਸੇ ਤਰ੍ਹਾਂ ਹੋਰ ਵੀ ਲੈ ਸਕਦੇ, ਲੋਭੀ, ਲੋਭੀ ਹੋਣਾ ਇਹ ਪੱਬਾ ਕਾਹਦੇ 'ਚ ਚਲਾ ਜਾਊਗਾ, ਬੱਬੇ 'ਚ, ਠੀਕ ਹੈ। ਤੇ ਇਹ ਸਾਰਿਆਂ ਤੇ ਕੀ ਆ, ਉੱਚੀ ਸੁਰ ਲੱਗ ਜੂਗੀ। ਇਹ ਉੱਚੀ ਸੁਰ ਦੀਆਂ ਨਿਸ਼ਾਨੀਆਂ। ਤੇ ਇਹੀ ਸਭ ਸ਼ਬਦ ਜਿਵੇਂ ਸਿੰਘ,
ਉੱਚੀ ਸੁਰ ਦੀ ਗੱਲ ਕਰਦੇ ਹਾਂ ਆਪਾਂ, ਸਿੰਘ, ਉੱਚੀ ਸੁਰ, ਠੀਕ ਹੈ। ਉੱਚੀ ਸੁਰ ਵਿੱਚ ਹੁਣ ਜਿਵੇਂ ਆਪਾਂ ਗੱਲ ਕੀਤੀ ਆ ਸਿੰਘ, ਸਿੰਘ, ਤਾਂ ਹੁਣ ਇਹਦੇ 'ਚ ਕੀ ਹੋ ਜਾਊਗਾ, ਸ ਪਲੱਸ ਈਡੀ ਨੂੰ ਸਿਹਾਰੀ ਉੱਤੇ ਟਿੱਪੀ ਗ, ਗੱਗਾ, ਸਿੰਘ, ਠੀਕ ਹੈ। ਤਾਂ ਹੁਣ ਇਹ ਕੀ ਹੋ ਗਿਆ, ਸਿੰਘ, ਉੱਚੀ ਸੁਰ ਹੋਊਗੀ ਇਹਦੇ ਵਿੱਚ ਵੀ ਨਾਲ ਨਾਲ, ਠੀਕ ਹੈ। ਤਾਂ ਹੁਣ ਇਸੇ ਤਰ੍ਹਾਂ ਜਿਹੜੀ ਬਾਹਰ ਤੇ ਬਹਾਰ, ਹੁਣ ਜਿਹੜੀ ਬਾਹਰ ਆ, ਬਾਹਰ, ਬਾਹਰ, ਇੱਕ ਹੁੰਦਾ ਬਹਾਰ। ਹੁਣ ਬਾਹਰ ਤੇ ਕੀ ਹੋ ਗਿਆ ਆਪਣਾ, ਉੱਚੀ ਸੁਰ, ਠੀਕ ਹੈ, ਉੱਚੀ ਸੁਰ। ਤਾਂ ਹੁਣ ਇਹਦੇ 'ਚ ਉੱਚੀ ਸੁਰ ਦਾ ਆਪਾਂ ਨੂੰ ਕਿਵੇਂ ਪਤਾ ਲੱਗਿਆ, ਬਾਹਰ, ਦਬਾ ਜਿਹੜਾ ਆਪਣਾ ਇੱਥੇ ਬਣ ਗਿਆ ਹਾਹੇ ਤੋਂ ਪਹਿਲਾਂ, ਹਾਹੇ ਤੋਂ ਪਹਿਲਾਂ ਜਦੋਂ ਦਬਾ ਬਣ ਜੇ ਤਾਂ ਉੱਥੇ ਕੀ ਹੋਊਗੀ, ਉੱਚੀ ਸੁਰ ਹੋਊਗੀ। ਜੇ ਦਬਾ ਪਿੱਛੇ ਬਣਦਾ ਤਾਂ ਜਾ ਕੇ ਨੀਵੀਂ ਸੁਰ ਹੋ ਜੂਗੀ, ਠੀਕ ਆ। ਤੇ ਇਹ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਹੋਊਗਾ। ਇਸੇ ਤਰ੍ਹਾਂ ਹੁਣ ਜਿਹੜੀ ਅਗਲੀ ਸੁਰ ਆ ਜਾਂਦੀ ਆ, ਅਗਲੀ ਸੁਰ ਆ ਜਿਹੜੀ ਉਹ ਕਿਹੜੀ ਆ ਗਈ, ਮੱਧਵਰਤੀ ਸੁਰ, ਠੀਕ ਹੈ। ਤਾਂ ਮੱਧਵਰਤੀ ਸੁਰ ਹੈ ਜਿਹੜੀ, ਉਹਦੀ ਆਪਾਂ ਗੱਲ ਕਰਦੇ ਹਾਂ। ਜੇ ਮੱਧਵਰਤੀ ਸੁਰ ਦੀ ਗੱਲ ਕਰਨੀ ਹੋਵੇ ਤਾਂ ਮੱਧਵਰਤੀ ਸੁਰ ਦੀ ਨਿਸ਼ਾਨੀ ਮੈਂ ਤੁਹਾਨੂੰ ਦੱਸਤਾ ਸੀ ਕਿਹੜੀ ਆ। ਮੱਧਵਰਤੀ ਸੁਰ ਦੀ ਨਿਸ਼ਾਨੀ ਉਹ ਹੈਗੀ ਸੀਗੀ ਸਿੰਪਲ, ਠੀਕ ਹੈ, ਐਂ ਕਰਕੇ ਲੱਗੀ ਹੋਊਗੀ। ਤਾਂ ਹੁਣ ਮੱਧਵਰਤੀ ਸੁਰ ਲਈ ਜਿਹੜੇ ਸ਼ਬਦ ਆ, ਉਹ ਇਹ ਸੁਰ ਆ ਜਿਹੜੀ ਦੂਜੀਆਂ ਦੋਹਾਂ ਦੇ ਵਿਚਕਾਰ ਦਰਮਿਆਨੀ ਪਿੱਚ ਵਾਲੀ ਹੁੰਦੀ ਆ। ਮੱਝਲੀ ਸੁਰ ਵੇਲੇ ਜਿਹੜੇ ਸੁਰਾਤਮਕ ਉਚਾਰਖੰਡ ਆ ਉਹ ਦਰਮਿਆਨੀ ਲੰਬਾਈ ਦਾ ਹੁੰਦਾ। ਮੱਝਲੀ ਸੁਰ ਦੀ ਕੋਈ ਨਿਸ਼ਾਨੀ ਅੰਕਿਤ ਨਹੀਂ ਹੁੰਦੀ, ਪਰ ਇਹਨੂੰ ਕਈ ਵਾਰੀ ਕੀ ਆ, ਕਈ ਵਿਦਵਾਨਾਂ ਨੇ ਇਹ ਵਾਲੀ ਮੰਨਿਆ ਹੋਇਆ। ਇਸ ਦੇ ਉਚਾਰਨ ਸਮੇਂ ਕੋਈ ਖਿਚਾਊ ਜਾਂ ਕਸਾਊ ਮਹਿਸੂਸ ਨਹੀਂ ਹੁੰਦਾ। ਜਿਵੇਂ ਕੀ ਆ ਉਦਾਹਰਨ ਲਿਖਣੀ ਹੋਵੇ ਇਹਦੀ, ਤਾਂ ਤੁਹਾਨੂੰ ਅਗਲੀਆਂ ਜਿਹੜੀਆਂ ਤਿੰਨਾਂ ਦੇ ਉਦਾਹਰਨਾਂ ਦਿੱਤੀਆਂ ਹੋਈਆਂ ਮੈਂ, ਨੀਵੀਂ ਸੁਰ, ਠੀਕ ਹੈ, ਨੀਵੀਂ ਸੁਰ, ਮੱਧਵਰਤੀ ਸੁਰ, ਉੱਚੀ ਸੁਰ, ਠੀਕ ਹੈ। ਹੁਣ ਇਹਦੇ 'ਚ ਘੋੜਾ, ਕੌੜਾ, ਕੌੜਾ, ਹੁਣ ਚਾ, 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 ਪਾ, 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 ਕੰਢੀ, 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 ਪਾੜਾ, ਪਾੜਾ, ਪਾੜਾ। ਹੁਣ ਇਹਨਾਂ ਹਰ ਇੱਕ ਸ਼ਬਦ ਵਿੱਚ ਜਿਹੜੀ ਸੁਰ ਲੱਗੀ ਹੋਈ ਆ, ਜਿਵੇਂ ਇਹਨਾਂ ਤੇ ਕੀ ਆ, ਨੀਵੀਂ ਸੁਰ, ਇਹਨਾਂ ਤੇ ਮੱਧਵਰਤੀ ਸੁਰ, ਇਹਨਾਂ ਤੇ ਉੱਚੀ ਸੁਰ, ਠੀਕ ਹੈ। ਤੇ ਹੁਣ ਇਹਨਾਂ ਨਾਲ ਕੀ ਹੋ ਗਿਆ, ਸ਼ਬਦਾਂ ਦੇ ਅਰਥਾਂ ਵਿੱਚ ਬਦਲਾਵ ਹੋ ਗਿਆ, ਠੀਕ ਹੈ। ਤੇ ਇਹ ਸੀਗੀਆਂ ਪੰਜਾਬੀ ਸੁਰਾਂ ਦੀ ਜਿਹੜੀ ਫੋਨੈਟਿਕ ਵਿਉਂਤ, ਠੀਕ ਹੈ, ਇਹ ਕੀਤੀ ਜਾਂਦੀ ਆ। ਤਾਂ ਇਸੇ ਤਰ੍ਹਾਂ ਜਿਵੇਂ ਹੁਣ ਅੱਗੇ ਗੱਲ ਕਰਦੇ ਆ ਵੀ ਨੀਵੀਂ ਸੁਰ ਦੀ ਜੇ ਗੱਲ ਕਰ ਲਈ, ਨੀਵੀਂ ਸੁਰ ਦੀ ਉਦਾਹਰਨ ਵੀ ਤੁਹਾਨੂੰ ਦੇਤੀ ਮੈਂ ਇੱਥੇ। ਨੀਵੀਂ ਸੁਰ ਦੀ ਉਦਾਹਰਨ ਹੈ ਜਿਹੜੀ, ਨੀਵੀਂ ਸੁਰ ਦੀ ਉਦਾਹਰਨ ਜੇ ਦੇਖਿਆ ਜਾਵੇ ਤਾਂ ਆਪਣੀ ਕਿਹੜੀ ਆ ਜਾਂਦੀ ਆ, ਘੜੀ, ਘੜੀ। ਇਹਦੇ ਵੀ ਤੁਹਾਨੂੰ ਐਗਜ਼ਾਮਪਲ ਦੇਤੀਆਂ, ਧੁਨੀਆਂ ਨਿਖੇੜਤੀਆਂ ਇਹਦੀਆਂ, ਠੀਕ ਆ। ਇਸੇ ਤਰ੍ਹਾਂ ਆਪਾਂ ਜੇ ਗੱਲ ਕਰੀਏ ਤਾਂ ਉੱਚੀ ਸੁਰ, ਉੱਚੀ ਸੁਰ ਵਿੱਚ ਵੀ ਜਿਹੜੀ ਆ ਜਾਂਦੀ ਆ ਉਹ ਕਿਹੜੀ ਆ ਜਾਂਦੀ ਆ, ਇਸੇ ਤਰ੍ਹਾਂ ਬਾਹਰ ਤੇ ਬਾਹਰ ਇਹਦੇ ਵਿੱਚ ਵੀ ਆ ਗਿਆ, ਠੀਕ ਆ। ਤਾਂ ਹੁਣ ਜਿਹੜੀ ਅਗਲੀ ਦੀ ਗੱਲ ਕੀਤੀ ਆਪਾਂ, ਤਾਂ ਅਗਲੀ ਹੈਗੀ ਹੈ ਜਿਹੜੀ ਮੱਝਲੀ ਸੁਰ, ਤੇ ਇਹਦੇ ਵਿੱਚ ਵੀ ਤੁਹਾਨੂੰ ਉਦਾਹਰਨਾਂ ਦੇਤੀਆਂ ਕੜੀ ਤੇ ਕੜੀ, ਠੀਕ ਹੈ। ਤਾਂ ਹੁਣ ਇਹਨਾਂ ਵਿੱਚ ਇਹਨੇ ਨਾਲ ਤੁਹਾਨੂੰ ਫਰਕ ਥੋੜਾ ਜਿਹਾ ਪਤਾ ਲੱਗ ਜੂਗਾ ਵੀ ਸੁਰ ਵਿੱਚ ਕੀ ਫਰਕ ਪੈਂਦਾ ਹੁੰਦਾ। ਤੇ ਇਹ ਸੀਗਾ ਜਿਹੜਾ ਅੱਜ ਆਪਾਂ ਕੀਤਾ, ਜਿਵੇਂ ਚਾਹ, ਕੜੀ, ਕੌੜੀ, ਕਾਲ, ਇਹ ਕੀ ਆ, ਮੱਝਲੀ ਸੁਰ ਦੀਆਂ ਨਿਸ਼ਾਨੀਆਂ। ਤਾਂ ਇਹ ਕੀ ਸੀ, ਅੱਜ ਵਾਲਾ ਆਪਣਾ ਟੌਪਿਕ ਸੀ ਪੰਜਾਬੀ ਸੁਰ ਪ੍ਰਣਾਲੀ, ਵੀ ਕਿਹੜੇ ਸ਼ਬਦ ਤੇ ਕਿਵੇਂ ਸੁਰ ਲੱਗਦੀ ਹੈ, ਉੱਚੀ ਸੁਰ ਕਿੱਥੇ ਲੱਗਦੀ ਹੈ, ਨੀਵੀਂ ਸੁਰ ਕਿੱਥੇ ਲੱਗਦੀ ਹੈ, ਪੱਧਰੀ ਸੁਰ ਕਿੱਥੇ ਲੱਗਦੀ ਹੈ, ਠੀਕ ਹੈ। ਤਾਂ ਅਗਲੀ ਵੀਡੀਓ 'ਚ ਆਪਾਂ ਜਿਹੜਾ ਗੱਲ ਕਰਾਂਗੇ ਇਸੇ ਪੰਜਾਬੀ ਸੁਰਾਂ ਦੀ ਵਰਤੋਂ ਵਿਉਂਤ ਬਾਰੇ, ਠੀਕ ਹੈ। ਜਿਵੇਂ ਸੁਰ ਦੇ ਬਲਾਤਮਕ ਉਚਾਰਖੰਡ ਤੇ ਪੈਂਦੀ ਆ, ਫਿਰ ਸੁਰ ਤੋਂ ਬਲ ਦਬਾਅ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ, ਵੀ ਜਦੋਂ ਸੁਰ ਲੱਗੂਗੀ ਨਾਲ ਆਪਣੇ ਦਬਾਅ ਬਣੂਗਾ ਹੀ ਬਣੂਗਾ, ਬਲ ਬਣੂਗਾ, ਠੀਕ ਹੈ। ਹੁਣ ਉਸੇ ਦਬਾਅ ਕਰਕੇ ਆਪਾਂ ਕੀ ਆ, ਬਲ ਕਰਕੇ ਆਪਾਂ ਨੂੰ ਪਤਾ ਲੱਗਦਾ ਵੀ ਸੁਰ ਕਿੱਥੇ ਲੱਗੀ ਆ, ਸ਼ਬਦ ਦੀ ਅਖੀਰਲੀ ਸਥਿਤੀ ਤੇ ਲੱਗਿਆ ਜਾਂ ਮੁੱਢਲੀ ਸਥਿਤੀ ਵਿੱਚ ਲੱਗਿਆ, ਠੀਕ ਹੈ। ਉੱਚੀ ਸੁਰ ਲੱਗੀ ਹੈ ਜਾਂ ਨੀਵੀਂ ਸੁਰ ਲੱਗੀ ਹੈ ਜਾਂ ਪੱਧਰੀ ਸੁਰ ਲੱਗੀ ਹੈ। ਤਾਂ ਇਹੀ ਫਰਕ ਹੈ ਜਿਹੜਾ ਆਪਾਂ ਨੂੰ ਪਤਾ ਲੱਗਦਾ ਸੁਰਾਂ ਦੇ ਨਾਲ। ਫਿਰ ਆਪਾਂ ਅਗਲੀ ਵੀਡੀਓ 'ਚ ਕਰਾਂਗੇ ਵੀ ਜਿਹੜੀਆਂ ਸੁਰਾਂ ਉਹ ਕਿੱਥੇ ਕਿੱਥੇ ਲੱਗਦੀਆਂ, ਕਿਵੇਂ ਉਹਨਾਂ ਦਾ ਪ੍ਰਭਾਵ ਪੈਂਦਾ। ਤਾਂ ਅੱਜ ਲਈ ਆਪਾਂ ਇੰਨਾ ਹੀ ਗੱਲ ਕਰਾਂਗੇ ਵੀ ਪੰਜਾਬੀ ਸੁਰ ਪ੍ਰਣਾਲੀ ਹੈ ਕੀ ਆ। 3 ਤਰ੍ਹਾਂ ਦੀ ਹੁੰਦੀ ਆ, ਉੱਚੀ ਸੁਰ, ਨੀਵੀਂ ਸੁਰ, ਪੱਧਰੀ ਸੁਰ, ਕਿਵੇਂ ਕਿਵੇਂ ਲੱਗਦੀ ਹੈ ਤੁਹਾਨੂੰ ਇਹ ਉਦਾਹਰਨਾਂ ਦੇ ਕੇ ਦੱਸਦਾ ਸੀਗਾ। ਇਸ ਤੋਂ ਬਾਅਦ ਅਗਲੀ ਆਪਾਂ ਜਿਹੜੇ ਲੈਕਚਰ 'ਚ ਤੁਹਾਨੂੰ ਮੈਂ ਦੱਸਾਂਗੀ ਉਹ ਪੰਜਾਬੀ ਸੁਰਾਂ ਦੀ ਵਰਤੋਂ ਵਿਉਂਤ ਬਾਰੇ ਗੱਲ ਹੋਊਗੀ। ਇਹਨਾਂ ਨਾਲ ਹੀ ਮਿਲਦੀ ਜੁਲਦੀ ਹੋਊਗੀ ਵੀ ਜਿਵੇਂ ਸੁਰ ਘੇਰਾ ਕਿਹੜਾ, ਜਾਂ ਸ਼ਬਦਾਂ ਦੀ ਅਖੀਰਲੀ ਸਥਿਤੀ ਵਿੱਚ ਜਿਹੜੇ ਅੱਖਰ ਆ ਜਾਂਦੇ ਉਹ ਕਿੱਥੇ ਪੈਦਾ ਹੁੰਦੇ ਆ, ਜੇ ਮੁੱਢਲੀ ਸਥਿਤੀ ਵਿੱਚ ਆ ਜਾਏ ਤਾਂ ਨੀਵੀਂ ਸੁਰ ਕਿਉਂ ਲਗਾਈ ਜਾਂਦੀ ਹੈ, ਜੇ ਅੰਤਲੀ ਸਥਿਤੀ ਵਿੱਚ ਆ ਜਾਂਦੇ ਆ ਤਾਂ ਨੀਵੀਂ ਸੁਰ ਕਿਉਂ ਲੱਗਦੀ ਹੈ। ਇਹ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ। ਧੰਨਵਾਦ।